ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਦੇ ਵਿੱਚ ਪ੍ਰਸੰਗ ਚੱਲ ਰਿਹਾ ਸੀ ਜਲਣ ਜੀ ਦਾ। ਪ੍ਰਸੰਗ ਇੱਥੋਂ ਤੱਕ ਪਹੁੰਚਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਭਾਈ ਜਲਣ, ਦੱਸੋ ਜਿਹੜੇ ਤੁਰਕ ਨੇ ਉਹ ਸਾਡੇ ਮਗਰ ਕਿਉਂ ਪੈ ਰਹਿੰਦੇ ਨੇ। ਜਲਣ ਨੇ ਆਖਿਆ ਕਿ ਸੱਚੇ ਪਾਤਸ਼ਾਹ, ਜਿਹੜੀ ਮਾਇਆ ਰੂਪੀ ਕੁੱਤੀ ਹੈ ਨਾ, ਉਹ ਤੁਸੀਂ ਆਪਣੇ ਕੋਲ ਬੰਨ ਲਈ ਹੈ, ਇਸ ਕਰਕੇ ਜਿਹੜੇ ਤੁਰਕ ਨੇ ਨਾ ਉਹ ਤੁਹਾਡਾ ਪਿੱਛਾ ਕਰਦੇ ਨੇ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਮਾਰਤ ਮਰਤ ਖੇਦ ਕੋ ਪਾਏ, ਭੌਂਕਤ ਖੁਣ ਸਤ ਹਟਿਓ ਨਾ ਜਾਏ। ਭਾਈ ਜਲਣ ਜੀ ਕਹਿੰਦੇ ਨੇ ਕਿ ਮਰਦੇ ਨੇ ਤੇ ਮਾਰਦੇ ਨੇ, ਵੱਡੇ ਦੁੱਖਾਂ ਨੂੰ ਪਾਉਂਦੇ ਨੇ, ਭੌਂਕਣੋਂ ਤੇ ਗੁੱਸਾ ਕਰਨੋਂ ਇਹਨਾਂ ਤੋਂ ਹਟਿਆ ਨਹੀਂ ਜਾਂਦਾ। ਨਿਜ ਪਰਿਅੰਕ ਪਾਵੇ ਤੇ ਤਿਆਗੋ, ਨਹੀਂ ਬੰਧੋ ਇਸ ਨਿਕਟ ਵਿਰਾਗੋ। ਭਾਈ ਜਲਣ ਨੇ ਆਖਿਆ ਕਿ ਇਹ ਸੱਚੇ ਪਾਤਸ਼ਾਹ, ਆਪਣੇ ਪਲੰਗ ਦੇ ਪਾਵੇ ਤੋਂ ਇਸ ਮਾਇਆ ਰੂਪੀ ਕੁੱਤੇ ਨੂੰ ਤੁਸੀਂ ਖੋਲ ਦੇਵੋ, ਇਸ ਨੂੰ ਬੰਨ ਕੇ ਨਾ ਰੱਖੋ, ਇਸ ਨਿਕਟ ਵਿਗਾਰੋ, ਭਾਵ ਕਿ ਇਹਦਾ ਜਿਹੜਾ ਨੇੜਾ ਹੈ ਨਾ ਉਹਨੂੰ ਤੁਸੀਂ ਛੱਡ ਦਿਓ। ਬਹੁਰ ਮੁਗਲ ਸਗਰੇ ਹਟ ਜੈ, ਖਿਆਲ ਨ ਪਰੈ ਸਮੀਪ ਨਾ ਆਇ। ਭਾਈ ਜਲਣ ਜੀ ਕਹਿੰਦੇ ਨੇ ਕਿ ਜਦੋਂ ਇਸ ਮਾਇਆ ਰੂਪੀ ਕੁੱਤੇ ਨੂੰ ਤੁਸੀਂ ਆਪਣੇ ਤੋਂ ਦੂਰ ਕਰ ਦਿਓਗੇ, ਉਸ ਵੇਲੇ ਜਿਹੜੇ ਮੁਗਲ ਨੇ, ਜਿਹੜੇ ਤੁਰਕ ਨੇ, ਉਹ ਆਪਣੇ ਆਪ ਹੀ ਸਾਰੇ ਦੇ ਸਾਰੇ ਪਿੱਛੇ ਹਟ ਜਾਣਗੇ। ਤੁਹਾਡਾ ਕਦੇ ਇੱਕ ਖਿਣ ਭਰ ਵੀ ਇਹ ਖਿਆਲ ਨਹੀਂ ਕਰਨਗੇ ਤੇ ਤੁਹਾਡੇ ਲਾਗੇ ਕਦੇ ਨਹੀਂ ਆਉਣਗੇ। ਸੱਚੇ ਪਾਤਸ਼ਾਹ, ਸਾਰਾ ਜਿਹੜਾ ਕਾਰਨ ਹੈ ਨਾ ਮਾਇਆ ਰੂਪੀ ਕੁੱਤੀ ਦਾ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਭਾਈ ਜਲਣ ਨੇ ਆਖਿਆ। ਜਲਣ ਆਖਦਾ ਗੁਰੂ ਜੀ ਕਾਦੇ ਲਈ, ਮਾਇਆ ਕੁੱਤੀ ਨੂੰ ਪਾਵੇ ਬਣਾਇਆ ਤੁਸਾਂ। ਵੇਖ ਵੇਖ ਕੁੱਤੇ ਮੁਗਲ ਭੌਂਕਦੇ ਨੇ, ਇਹ ਰੇੜਕਾ ਆਕਾਸ ਨੂੰ ਲਾਇਆ ਤੁਸਾਂ। ਤੁਸੀਂ ਇਸ ਨੂੰ ਛੱਡ ਬੇਦਾਵੇ ਰਹੋ, ਤੁਸੀਂ ਇਸ ਨੂੰ ਛੱਡ ਬੇਦਾਵੇ ਰਹੋ। ਇਹਦੇ ਵਿੱਚ ਨੁਕਸਾਨ ਉਠਾਇਆ ਤੁਸਾਂ। ਛੱਡ ਬਾਣਾ ਫਕੀਰੀ ਕਰਤਾਰ ਸਿੰਘਾ, ਐਵੇਂ ਠਾਠ ਅਮੀਰੀ ਬਣਾਇਆ ਤੁਸਾਂ। ਭਾਈ ਜਲਣ ਨੇ ਆਖਿਆ ਕਿ ਸੱਚੇ ਪਾਤਸ਼ਾਹ, ਇਹ ਮਾਇਆ ਰੂਪੀ ਕੁੱਤੀ ਨੂੰ ਪਾਵੇ ਦੇ ਨਾਲ ਬੰਨਿਆ। ਇਸੇ ਕਰਕੇ ਜਿਹੜੇ ਮੁਗਲ ਕੁੱਤੇ ਨੇ ਉਹ ਭੌਂਕਦੇ ਹੋਏ ਤੁਹਾਡੇ ਪਿੱਛੇ ਪੈਂਦੇ ਨੇ। ਸੱਚੇ ਪਾਤਸ਼ਾਹ, ਇਹ ਫਕੀਰਾਂ ਵਾਲਾ ਬਾਣਾ ਤੁਸੀਂ ਬਣਾਇਆ ਹੈ, ਔਰ ਦੂਸਰੇ ਪਾਸੇ ਜਿਹੜਾ ਅਮੀਰੀ ਠਾਠ ਬਣਾਇਆ ਹੈ ਨਾ, ਇਹ ਵੀ ਮੁਗਲਾਂ ਨੂੰ ਚੰਗਾ ਨਹੀਂ ਲੱਗਦਾ। ਇਸੇ ਕਰਕੇ ਸੱਚੇ ਪਾਤਸ਼ਾਹ ਇਹ ਤੁਹਾਡੇ ਮਗਰ ਪੈਂਦੇ। ਬਿਕਸੇ ਸੁਣ ਸ੍ਰੀ ਹਰਿ ਗੋਵਿੰਦ, ਮੰਦ ਮੰਦ ਮੁਖ ਜਨ ਅਰਬਿੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਭਾਈ ਜਲਣ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ,
उस वेले सतगुरु हरगोबिंद सच्चे पातशाह जी मुस्कुराए ने। हौली हौली इस तरह मुस्कुरा रहे ने जिवें कि हौली हौली कमल दा फुल खिड़दा है। बंदी गए सो बंदी रही, छुटन किम जे छूटन चही। सतगुरु हरगोबिंद सच्चे पातशाह जी भाई जलन नूं कहंदे ने कि इह जिहड़ी माया रूपी कुत्ती बन्नी गई है ਇਹ ਤੇ हमेशा वास्ते बन्नी रहेगी, भाव के माया हमेशा गुरु घर दे विच रहेगी। छुटै न किम जे छूटन चाही। सतगुरु जी कहंदे ने कि जे माया रूपी कुत्ती छुटन दा यतन करे तां भी कदे छुट नहीं सकदी, ਇਹ ਤੇ हमेशा इसे तरीके दे नाल रहेगी। सतगुरु हरगोबिंद सच्चे पातशाह जी ने इंज आखिया, बद्दी गई जेड़ी कुत्ती बद्दी गई, हुण छड्डिया लगदी लाज पाई। जेकर डर के छड्डिए जाए उगड़, सारा छतरी पुणे दा पाज पाई। जेड़े भौंकदे वेख के पै भौंकण, जेड़े भौंकदे वेख के पै भौंकण, नहीं सांभना किसे दा राज पाई। छतर पुणा गुआए करतार सिंगा, भारत टुकरों होई मोहताज पाई। करतार सिंह जी क्लास वाले लिखते ने कि सतगुरां ने आख्या कि जेड़े भौंकदे ने वो भौंकदे रहन, पर असी किसे दा राज भाग ते नहीं सांभना। इस तरीके दे नाल सतगुरां ने भाई जलन नूं जवाब दिता। भोरा भगत अहैं तू संत, सिमर एक चित श्री भगवंत। सतगुरु हरगोबिंद सच्चे पातशाह जी भाई जलन नूं कहंदे ने तू ते भोला भगत है, तू ते भोला संत है, सिमर एक श्री चित भगवंत, तू बस एक चित दे नाल भगवान दा नाम जपिया कर। सुन जलन पद पंकज नमो, सेवा सर्व करी ते समो। कवि जी लिखते ने कि उस वेले भाई जलन ने सतगुरां दी सेवा की और इस तो इलावा सतगुरां दे चरणां दे उत्ते नमस्कार कीती। वड्डा जलन मस्त फकीर है सी, सुन गुरां दे बचन प्रसन्न होया। जाता गुरां ताई निरभै योधा, बड़ा खुशी मनो युक्ति मन होया। ढह के सतगुरां दी चरनी डिग पिया, दूर सारा ही उसदा जन होया। आखो मुख तो सब करतार सिंगा, गुरु हर गोबिंद जी धन होया। करतार सिंह जी क्लास वाले लिखते ने कि सारे आखो कि सतगुरु हरगोबिंद सच्चे पातशाह जी धन सन। भगत ज्ञान की चर्चा चारू, करी मुदत चित जानत सारू। कवि जी लिखते ने कि भगती दी ते ज्ञान दी बहुत सारी चर्चा सुंदर सतगुरां ने उस जलन दे नाल कीती, क्योंकि भाई जलन भी बहुत ज्यादा सार तत्त नूं जानन वाला सी। जिस जिस बिद सो बूझत रहियो, दया सिंध तिम उत्तर कहियो। जिमें जिमें दे सवाल सतगुरु नूं भाई जलन ने पूछे, दया दे समुंदर सतगुरु सच्चे पातशाह जी ने यथा योग सारियां सवालां दे उत्तर दिते। एक निशा बस कर गोसाई, सुपत जथा सुख सकल बिताई। एक रात सतगुरु हरगोबिंद सच्चे पातशाह जी ने ओदे कोल बतीत कीती, रात नूं आराम दे नाल बिता के बतीत कीता। सौच शनान ठान प्रस्थाने, करी अखेर बृति उद्याने। अमृत वेले उठ के स्नान पानी कीता है। दिन दे चढ़ा दे नाल सतगुरां ने प्रस्थान कीता। थोड़ा बहुता जंगल दे विच फिर के शिकार कीता। आन सुदासर बहुर बिराजे, जो गुर रखै दास की लाजे। कवि जी लिखते ने कि जेड़े सतगुरु जी अपने दासां दी लाज नूं रखण वाले ने, वो इसे तरीके दे नाल शिकार खेडदे होए अमृतसर पहुंच गए।
तखत अकाल दोनों काल, दर्शन दे सिख करत निहाल। हुण सतगुरु हरगोबिंद सच्चे पातशाह जी ਅੰਮ੍ਰਿਤਸਰ ਰਹਿ ਰਹੇ ਨੇ। ਅਕਾਲ ਤਖਤ ਦੇ ਵਿੱਚ ਦੋਵੇਂ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ। ਲਾਖੋਂ ਦਰਬ ਚਲਿਓ ਨਿਤ ਆਵਤ, ਤਿਮਹੀ ਖਰਚ ਹੋਤ ਸਭ ਜਾਵਤ। ਕਵੀ ਜੀ ਲਿਖਦੇ ਨੇ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੁੰਦੀ ਹੈ। ਜਿਸ ਤਰ੍ਹਾਂ ਅਰਪਣ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਗੁਰੂ ਘਰ ਦਾ ਜਿਹੜਾ ਖਰਚ ਹੈ ਨਾ ਉਹ ਵੀ ਬਹੁਤ ਵੱਡਾ ਹੈ। ਜੋਦਾ ਕਰੇ ਸਕੇਲਣ ਕਨੇ, ਵਸਤਰ ਸ਼ਸਤਰ ਭੂਖਣ ਸੋ ਬਨੇ। ਬਹੁਤੇ ਸਾਰੇ ਯੋਧਿਆਂ ਨੂੰ ਸਤਿਗੁਰਾਂ ਨੇ ਇਕੱਠਾ ਕੀਤਾ ਹੈ। ਯੋਧਿਆਂ ਦੇ ਵਾਸਤੇ ਵਸਤਰ ਸ਼ਸਤਰ ਤੇ ਗਹਿਣੇ ਬਣਵਾਏ ਜਾਂਦੇ। ਤੁਰੰਗਣ ਕੀ ਖਰੀਦ ਬਹੁ ਕਰੇ, ਚਪਲ ਚਲਾਕ ਮਹਾਬਲ ਧਰੈ। ਬਹੁਤੇ ਜ਼ਿਆਦੇ ਘੋੜੇ ਵੀ ਖਰੀਦੇ ਜਾਂਦੇ ਨੇ, ਜਿਹੜੇ ਘੋੜੇ ਬਹੁਤ ਜ਼ਿਆਦਾ ਚੰਚਲ ਤੇ ਚਲਾਕ ਹੋਣ ਤੇ ਤਾਕਤ ਦੇ ਨਾਲ ਭਰੇ ਹੋਣ। ਕਰੈ ਸੁਪਟ ਗਣ ਕੋ ਅਸਵਾਰ, ਸ਼ਸਤਰ ਖਰੀਦੈ ਅਨੇਕ ਪ੍ਰਕਾਰ। ਘੋੜੇ ਖਰੀਦ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸ਼ਸਤਰਧਾਰੀ ਯੋਧਿਆਂ ਨੂੰ ਦੇ ਦਿੰਦੇ ਨੇ। ਸਤਿਗੁਰਾਂ ਦੇ ਯੋਧੇ ਉਹਨਾਂ ਘੋੜਿਆਂ ਦੀ ਸਵਾਰੀ ਕਰਦੇ ਨੇ। ਇਸ ਤੋਂ ਇਲਾਵਾ ਬਹੁਤੇ ਸਾਰੇ ਹਥਿਆਰ ਖਰੀਦ ਕੇ ਅਨੇਕਾਂ ਪ੍ਰਕਾਰ ਦੇ ਉਹ ਵੀ ਸਤਿਗੁਰੂ ਜੀ ਸਾਰਿਆਂ ਦੇ ਵਿੱਚ ਵੰਡ ਦਿੰਦੇ। ਦੇਸ਼ ਬਦੇਸ਼ਣ ਤੇ ਸਿੱਖ ਲਿਆਵੇਂ, ਖੁਸ਼ੀ ਲੇਹ ਗੁਰ ਅਗਰ ਚੜਾਵੇਂ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚੋਂ ਬਹੁਤੇ ਸਾਰੇ ਸਿੱਖ ਘੋੜਿਆਂ ਨੂੰ ਤੇ ਹਥਿਆਰਾਂ ਨੂੰ ਲਿਆ ਕੇ ਸਤਿਗੁਰਾਂ ਦੇ ਅੱਗੇ ਭੇਟਾ ਕਰਦੇ ਨੇ। ਜਿਹੜਾ ਕੋਈ ਸਿੱਖ ਘੋੜਾ ਜਾਂ ਸ਼ਸਤਰ ਲੈ ਕੇ ਆਉਂਦਾ ਹੈ ਸਤਿਗੁਰੂ ਜੀ ਉਹਦੇ ਉੱਤੇ ਵਧੇਰੇ ਪ੍ਰਸੰਨ ਹੋ ਕੇ ਉਹਨੂੰ ਵਧੇਰੇ ਖੁਸ਼ੀਆਂ ਦਿੰਦੇ ਨੇ। ਭਗਤ ਗਿਆਨ ਕੈ ਜੰਗ ਪਰ ਸੰਗ, ਕਰ ਸੁਣੈ ਬਹੁ ਬਿਦ ਮਿਲ ਸੰਗ। ਜਾਂ ਭਗਤੀ ਦੀ ਜਾਂ ਗਿਆਨ ਦੀ ਤੇ ਜਾਂ ਜੰਗਾਂ ਯੁੱਧਾਂ ਦੀ ਜਿਹੜੀ ਗੱਲ ਹੈ ਨਾ ਉਹੀ ਦਰਬਾਰ ਦੇ ਵਿੱਚ ਹੁੰਦੀ ਹੈ। ਕਰੈ ਸੁਣੈ ਬਹੁ ਬਿਦ ਮਿਲ ਸੰਗ, ਕਰਦੇ ਨੇ ਸੁਣਦੇ ਨੇ ਬਹੁਤ ਤਰੀਕੇ ਦੇ ਨਾਲ ਇਸੇ ਤਰ੍ਹਾਂ ਦੀ ਚਰਚਾ। ਜਾਂ ਭਗਤੀ ਤੇ ਗਿਆਨ ਦੀ ਚਰਚਾ ਹੁੰਦੀ ਹੈ ਜਾਂ ਫਿਰ ਜੰਗਾਂ ਯੁੱਧਾਂ ਦੀ ਘਟਨਾ ਬਿਆਨ ਹੁੰਦੀ। ਸਦਾ ਰਬਾਬੀ ਕੀਰਤਨ ਕਰੈ, ਸੁਣੇ ਪ੍ਰੇਮ ਤੇ ਸਿੱਖ ਜਗ ਤਰੈ। ਹਮੇਸ਼ਾ ਜਿਹੜੇ ਰਬਾਬੀ ਨੇ ਉਹ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦੇ ਨੇ। ਸਾਰੇ ਉਹਨਾਂ ਸ਼ਬਦਾਂ ਨੂੰ ਸੁਣਦੇ ਨੇ ਪ੍ਰੇਮ ਦੇ ਨਾਲ ਤੇ ਜਿਹੜੇ ਸਿੱਖ ਨੇ ਉਹ ਇਸੇ ਤਰੀਕੇ ਦੇ ਨਾਲ ਸੰਸਾਰ ਸਾਗਰ ਤੋਂ ਤਰਦੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਸ੍ਰੀ ਗੁਰ ਦਿੱਤਾ ਸੁਖ ਬਸੇ, ਰਚ ਕੀਰਤਪੁਰ ਚਾਰ। करे सकेलन लोक तह, बसे मोद को तार। ग्रंथाकार भाई संतोख सिंह जी लिखते हैं कि बाबा गुरदित्ता जी बड़े सुख दे नाल कीरतपुर नगरी का निर्माण करके उत्थे रह रहे ने। बहुत सारे लोग उन्होंने कह के उत्थे वसा लैन। केतक मास बस्त दिन टारे, नाना बिद के करत शिकारे। कवि जी लिखते ने कि काफी सारे महीने उत्थे रहंदियां होया बतीत कर दिते ने गुरदित्ता जी ने। अनेकां प्रकार दा उत्थे शिकार भी खेडे। सेवह दास संग समुदाय, दरब आद मन कामन पाए। जिहड़े दास ने वो बहुत तरह की सेवा करते ने। दरब आद मन कामन पाए, पैसे आदि मत्था टेके जाते ने ते सारियां दियां कामनावां नूं गुरदित्ता जी पूरियां करदे। मृदल बाक ते नर सन्मान, सुख दे नगर बसावन ठन। बड़िया मिठिया ते कोमल
ਲਫ਼ਜ਼ਾਂ ਦੇ ਨਾਲ ਲੋਕਾਂ ਦਾ ਬਾਬਾ ਗੁਰਦਿੱਤਾ ਜੀ ਸਨਮਾਨ ਕਰਦੇ ਨੇ ਤੇ ਸਾਰੇ ਤਰ੍ਹਾਂ ਦੇ ਸੁੱਖ ਪ੍ਰਦਾਨ ਕਰਕੇ ਆਪਣੀ ਨਗਰੀ ਦੇ ਵਿੱਚ ਉਹਨਾਂ ਨੂੰ ਵਸੇਬਾ ਦਿੰਦੇ। 29 ਗਰਭ ਪ੍ਰਥਮ ਸਮ ਧਰਿਓ, ਵਾਧਿਓ ਚੰਦ ਸਮ ਭਾਗਣ ਭਰਿਓ। ਜਿਹੜੀ ਬਾਬਾ ਗੁਰਦਿੱਤਾ ਜੀ ਦੀ ਧਰਮ ਪਤਨੀ ਹੈ, ਜਿਹਦਾ ਨਾਮ 29 ਹੈ, ਉਹਨੇ ਦੂਸਰੇ ਗਰਭ ਨੂੰ ਧਾਰਨ ਕੀਤਾ ਹੋਇਆ, ਜਿਹੜਾ ਕਿ ਪਹਿਲੇ ਗਰਭ ਦੀ ਤਰ੍ਹਾਂ ਹੀ ਵਾਧਾ ਹੈ। ਚੰਦ ਸਮ ਭਾਗਣ ਭਰਿਓ, ਚੰਦਰਮਾ ਦੀ ਤਰ੍ਹਾਂ ਵਾਧਾ ਹੈ, ਭਾਗਾਂ ਦੇ ਨਾਲ ਭਰਿਆ ਹੋਇਆ। ਸਮੋ ਪ੍ਰਸੂਤ ਹੋਣ ਕੋ ਆਇਓ, ਸੁੰਦਰ ਸਮਾ ਸੁਖਦ ਦਰ ਸਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬੱਚਾ ਪੈਦਾ ਹੋਣ ਦਾ ਸਮਾਂ ਆਇਆ, ਉਸ ਵੇਲੇ ਬਹੁਤ ਹੀ ਸੁੰਦਰ ਸਮਾਂ ਸਾਰਿਆਂ ਨੇ ਦੇਖਿਆ। ਪੁਰ ਜਾਣੇ ਆਨੰਦ ਅਚਾਨਕ ਹੋਵਾ, ਮਾਨਵ ਸਭ ਦਿਸ਼ ਮੈਂ ਸੁਖ ਜੋਵਾ। ਪੁਰੀ ਦੇ ਜਿਹੜੇ ਲੋਕ ਸਨ, ਉਹਨਾਂ ਨੂੰ ਅਚਾਨਕ ਹੀ ਐਸੇ ਆਨੰਦ ਦੀ ਪ੍ਰਾਪਤੀ ਹੋਈ ਹੈ। ਮਨ ਸਭ ਦਿਸ਼ ਮੈਂ ਸੁਖ ਜੋਵਾ, ਮਾਨੋ ਕਿ ਸਾਰਿਆਂ ਮਨੁੱਖਾਂ ਦੀ ਜਿਹੜੀ ਦਸ਼ਾ ਸੀ ਨਾ, ਉਹ ਖੁਸ਼ੀ ਵਾਲੀ। ਸਵਾ ਜਾਮ ਜਬ ਰਹੀ ਤ੍ਰਿਜਾਮਾ, ਜਨਮਿਓ ਪੁੱਤਰ ਬਦਨ ਅਬੀਰਾਮਾ। ਜਦੋਂ ਕਿ ਸਵਾ ਪਹਿਰ ਰਾਤ ਰਹਿੰਦੀ ਸੀ, ਉਸ ਵੇਲੇ 29 ਦੇ ਕੁੱਖ ਦੇ ਵਿੱਚੋਂ ਇੱਕ ਸੁੰਦਰ ਬਾਲਕ ਨੇ ਜਨਮ ਨੂੰ ਧਾਰਨ ਕੀਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਅਵਤਾਰ ਹੋਇਆ। ਕੀਰਤਪੁਰ ਗੁਰਦਿੱਤਾ ਜੀ ਚਲੇ ਗਏ, ਜਾ ਕੇ ਨਗਰ ਦਾ ਵਿਸਥਾਰ ਕਰਿਆ। ਉਸ ਦੇਸ਼ ਦੇ ਵਿੱਚ ਫੈਲਾਈ ਸਿੱਖੀ, ਉਹਨਾਂ ਲੋਕਾਂ ਦਾ ਮੋਹ ਅਗਿਆਨ ਹਰਿਆ। ਧੀਰ ਮਲ ਬੇਟਾ ਅੱਗੇ ਇੱਕ ਹੈ ਸੀ, ਧੀਰ ਮਲ ਬੇਟਾ ਅੱਗੇ ਇੱਕ ਹੈ ਸੀ। ਅੰਦਰ ਜਿਸ ਦੇ ਕਪਟ ਹੰਕਾਰ ਭਰਿਆ, 13 ਮਾਘ ਥਿਤ ਦੂਜ ਕਰਤਾਰ ਸਿੰਘਾ, ਆਣ ਸ੍ਰੀ ਹਰਿ ਰਾਏ ਅਵਤਾਰ ਧਰਿਆ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਧੀਰਮਲ ਤੇ ਬੇਟਾ ਪਹਿਲਾਂ ਹੀ ਸੀ ਗੁਰਦਿੱਤਾ ਜੀ ਦੇ ਘਰ ਦੇ ਵਿੱਚ, ਜਿਹੜਾ ਕਿ ਕਪਟ ਤੇ ਹੰਕਾਰ ਦੇ ਨਾਲ ਭਰਿਆ ਹੋਇਆ ਸੀ। ਕਿਸ ਤਰ੍ਹਾਂ ਦੇ ਉਹਨੇ ਕਪਟ ਕੀਤੇ, ਇਤਿਹਾਸ ਇਸ ਗੱਲ ਦੇ ਵਿੱਚ ਅੱਗੇ ਗਵਾਹੀ ਦੇਵੇਗਾ। ਕਵੀ ਜੀ ਲਿਖਦੇ ਨੇ ਕਿ 13 ਮਾਘ ਦੂਜ ਥਿਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰਦਿੱਤਾ ਜੀ ਦੇ ਘਰ ਦੇ ਵਿੱਚ ਸ੍ਰੀ ਹਰਿ ਰਾਏ ਜੀ ਦਾ ਅਵਤਾਰ ਹੋਇਆ। ਦੇਵਨਿਆਨ ਅਰਚਨਾ ਕਰੀ, ਬਾਰ ਬਾਰ ਕੁਸ ਮਾਂਜੁਲ ਚਰੀ। ਕਵੀ ਜੀ ਲਿਖਦੇ ਨੇ ਕਿ ਦੇਵਤਿਆਂ ਨੇ ਬਹੁਤੀ ਸਾਰੀ ਪੂਜਾ ਕੀਤੀ, ਬਾਰ ਬਾਰ ਬਹੁਤੇ ਜ਼ਿਆਦਾ ਫੁੱਲਾਂ ਦੇ ਬੁੱਕ ਭਰ ਭਰ ਕੇ ਉਹਨਾਂ ਫੁੱਲਾਂ ਦੀ ਵਰਖਾ ਕੀਤੀ। ਔਚਕ ਸੰਖ ਸ਼ਬਦ ਕੋ ਸੁਨਿਓ, ਜੈ ਜੈ ਸ਼ਬਦ ਮਿਲੇ ਸਭ ਭਣਿਓ। ਦੇਵਤਿਆਂ ਨੇ ਬਹੁਤੇ ਸਾਰੇ ਸੰਖਾਂ ਦੀ ਗੂੰਜ ਪਾਈ ਹੈ, ਸੰਖਾਂ ਨੂੰ ਵਜਾਇਆ ਹੈ ਤੇ ਜੈ ਜੈ ਦੀ ਆਵਾਜ਼ ਦੀ ਧੁਨੀ ਆਕਾਸ਼ ਦੇ ਵਿੱਚ ਗੂੰਜੀ। ਮਿਲਦਾ ਸੀ ਗਣ ਮੰਗਲ ਗਾਇਓ, ਸ੍ਰੀ ਗੁਰਦਿੱਤਾ ਸੁਣ ਹਰ ਖਾਇਓ। ਬਹੁਤੀਆਂ ਸਾਰੀਆਂ ਦਾਸੀਆਂ ਨੇ ਮਿਲ ਕੇ ਖੁਸ਼ੀਆਂ ਦੇ ਬਹੁਤ ਸਾਰੇ ਗੀਤ ਗਾਏ ਨੇ। ਜਦੋਂ ਗੁਰਦਿੱਤਾ ਜੀ ਨੂੰ ਇਸ ਦਾ ਪਤਾ ਲੱਗਾ ਤੇ ਗੁਰਦਿੱਤਾ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ। ਚੌਂ ਦਿਸ਼ ਤੇ ਗਣ ਦੇਤ ਬਧਾਈ, ਪਾਏ ਦਰਬ ਕੋ ਆਸ਼ਿਕ ਗਾਈ। ਚਾਰੇ ਪਾਸਿਆਂ ਤੋਂ ਲੋਕ ਬਹੁਤ ਸਾਰੀਆਂ ਵਧਾਈਆਂ ਦੇ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਬਹੁਤ ਸਾਰਾ ਪੈਸਾ ਦਾਨ ਕਰ ਰਹੇ ਨੇ ਔਰ ਅਸੀਸਾਂ ਨੂੰ ਪ੍ਰਾਪਤ ਕਰ ਰਹੇ ਨੇ। ਜਥਾ ਜੋਗ ਕੁਲ ਰੀਤ ਕਰਨ ਤੇ, ਸੁਣ ਜਾਚਕ ਆਏ ਹਰ ਖੰਤੇ। ਯਥਾ ਯੋਗ ਕੁਲ ਦੀ ਜਿਹੜੀ ਰੀਤੀ ਤੇ ਮਰਿਆਦਾ ਸੀ, ਉਸ ਨੂੰ ਪੂਰਾ ਕੀਤਾ ਜਾਂਦਾ ਹੈ। ਬਹੁਤ ਸਾਰੇ ਜਿਹੜੇ ਮੰਗਣ ਵਾਲੇ ਲੋਕ ਨੇ, ਉਹ ਆਉਂਦੇ ਨੇ, ਉਹਨਾਂ ਨੂੰ ਦਾਨ ਦਿੱਤਾ ਜਾਂਦਾ ਹੈ। ਦਾਨ ਮਾਨ ਸਭ ਹਿਨ ਕੋ ਦੇਨ, ਗੁਰ ਸੁਤ ਸੁਜਸ ਅਦਕ ਤਬ ਲੇਨ। ਕਵੀ ਜੀ ਲਿਖਦੇ ਨੇ ਕਿ ਦਾਨ ਤੇ ਮਾਣ
ਬਹੁਤਿਆਂ ਸਾਰਿਆਂ ਨੂੰ ਬਾਬਾ ਗੁਰਦਿੱਤਾ ਜੀ ਨੇ ਦਿੱਤਾ ਤੇ ਗੁਰੂ ਦੇ ਸੁਪੁੱਤਰ ਗੁਰਦਿੱਤਾ ਜੀ ਨੇ ਆਪਣੇ ਜਸ ਨੂੰ ਬਹੁਤ ਹੀ ਜ਼ਿਆਦਾ ਖੱਟਿਆ। ਪਿਤਾ ਗੁਰੂ ਟਿਗਦਾਸ ਪਠਾਏ, ਅਨੇਕ ਪ੍ਰਕਾਰਨ ਬਿਨੈ ਲਖਾਏ। ਕਵੀ ਜੀ ਲਿਖਦੇ ਨੇ ਕਿ ਆਪਣੇ ਪਿਤਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਖਬਰ ਦੇਣ ਦੇ ਵਾਸਤੇ ਬਾਬਾ ਗੁਰਦਿੱਤਾ ਜੀ ਨੇ ਦਾਸਾਂ ਨੂੰ ਕੱਲਿਆ ਹੈ। ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਪੱਤਰਕਾ ਲਿਖੀ ਹੈ, ਚਿੱਠੀ ਲਿਖੀ ਹੈ, ਜਿਹਦੇ ਵਿੱਚ ਬਹੁਤ ਪ੍ਰਕਾਰ ਦੀਆਂ ਬਾਬਾ ਗੁਰਦਿੱਤਾ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਲਿਖੀਆਂ। ਨਾਮ ਰਾਖੀਐ ਜੋ ਮਨ ਪਾਵਤ, ਪੌਤਰ ਆਪ ਕੋ ਦੁਤੀ ਸੁਹਾਵਤ। ਉਸ ਚਿੱਠੀ ਦੇ ਵਿੱਚ ਬਾਬਾ ਗੁਰਦਿੱਤਾ ਜੀ ਨੇ ਲਿਖਿਆ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਤੁਸੀਂ ਬਾਲਕ ਦਾ ਨਾਮ ਰੱਖੋ ਮਨ ਨੂੰ ਭਾਉਣ ਵਾਲਾ, ਕਿਉਂਕਿ ਇਹ ਸੱਚੇ ਪਾਤਸ਼ਾਹ ਦੂਸਰੇ ਪੋਤਰੇ ਨੇ ਤੁਹਾਡੇ ਘਰ ਨੂੰ ਆਣ ਕੇ ਭਾਗ ਲਾਇਆ। ਪੰਥ ਵਿਖੇ ਬਸ ਚੱਲ ਕੋ ਦਿਨਾ, ਪਹੁੰਚੇ ਪੁਣ ਪ੍ਰਸਾਦ ਲੈ ਕਨਾ। ਉਸ ਚਿੱਠੀ ਨੂੰ ਲੈ ਕੇ ਦਾਸ ਰਸਤੇ ਨੂੰ ਤੈਅ ਕਰਕੇ ਕੁਝ ਦਿਨਾਂ ਤੋਂ ਬਾਅਦ ਪ੍ਰਸਾਦ ਲੈ ਕੇ ਸਤਿਗੁਰਾਂ ਦੇ ਹਜ਼ੂਰ ਪਹੁੰਚੇ। ਸੋਦਾ ਸਰੋਵਰ ਪੁਰ ਮੈਂ ਆਏ, ਸਤਿਗੁਰ ਆਗੇ ਸੀਸ ਨਿਵਾਏ। ਬਾਬਾ ਗੁਰਦਿੱਤਾ ਜੀ ਵੱਲੋਂ ਜਿਹੜੇ ਭੇਜੇ ਹੋਏ ਦਾਸ ਸਨ ਉਹ ਅੰਮ੍ਰਿਤਸਰ ਨਗਰੀ ਦੇ ਵਿੱਚ ਪਹੁੰਚੇ ਨੇ। ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿਰ ਨਿਵਾਇਆ। ਪੌਤਰ ਜਨਮ ਸੁਣ ਮਨ ਆਨੰਦੇ, ਆਣ ਬਧਾਈ ਬ੍ਰਿੰਦ ਪਨੰਦੇ। ਪੋਤਰੇ ਦੇ ਜਨਮ ਦੀ ਖਬਰ ਨੂੰ ਸੁਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਆਨੰਦਿਤ ਹੋਏ ਨੇ। ਜਦੋਂ ਨਗਰ ਦੇ ਵਿੱਚ ਖਬਰ ਫੈਲੀ ਤੇ ਬਹੁਤ ਸਾਰੇ ਲੋਕ ਸਤਿਗੁਰਾਂ ਨੂੰ ਆਣ ਕੇ ਵਧਾਈਆਂ ਦੇਣ ਲੱਗੇ। ਗੁਰ ਘਰ ਮੇ ਬੜ ਮੰਗਲ ਕਰੈ, ਬਾਜੇ ਬਜਤ ਪੁੰਜ ਮੁਦ ਭਰੈ। ਗੁਰੂ ਘਰ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਮਨਾਈਆਂ ਜਾਣ ਲੱਗੀਆਂ। ਬਹੁਤੇ ਸਾਰੇ ਵਸਤਰਾਂ ਦਾ ਤੇ ਬਹੁਤੇ ਸਾਰੇ ਗਹਿਣਿਆਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਾਨ ਦਿੱਤਾ। ਉਹਨਾਂ ਨੂੰ ਦਾਨ ਦਿੱਤਾ ਜਿਨ੍ਹਾਂ ਨੇ ਸਾਰਿਆਂ ਤੋਂ ਪਹਿਲਾਂ ਆਣ ਕੇ ਖਬਰ ਦਿੱਤੀ। ਅਪਰ ਦੀਨ ਗਨ ਕੋ ਧਨ ਦੀਨ, ਅਤ ਆਨੰਦ ਗੁਰ ਪਤਨੀ ਤੀਨ। ਹੋਰ ਵੀ ਮੰਗਤਿਆਂ ਨੂੰ ਬਹੁਤ ਸਾਰਾ ਧਨ ਦਾ ਦਾਨ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਜਦੋਂ ਸਤਿਗੁਰਾਂ ਦੇ ਮਹਿਲਾਂ ਨੂੰ ਖਬਰ ਪਤਾ ਲੱਗੀ ਤੇ ਸਤਿਗੁਰਾਂ ਦੇ ਤਿੰਨੇ ਮਹਿਲ ਬਹੁਤ ਜ਼ਿਆਦਾ ਪ੍ਰਸੰਨ ਹੋਏ। ਸਰਬ ਪ੍ਰਕਾਰ ਨਿਉਤ ਸਭ ਸਾਜੇ, ਦੁੰਦਬ ਲਗ ਵਿਸਾਲ ਦਰ ਬਾਜੇ। ਬਹੁਤ ਤਰ੍ਹਾਂ ਦੇ ਜਿਹੜੇ ਖੁਸ਼ੀਆਂ ਦੇ ਮਾਹੌਲ ਨੇ ਉਹਨਾਂ ਨੂੰ ਪੈਦਾ ਕੀਤਾ ਗਿਆ। ਵੱਡੇ ਉਤਸਵ ਕੀਤੇ ਗਏ ਨੇ ਜਿਨ੍ਹਾਂ ਉਤਸਵਾਂ ਦੇ ਵਿੱਚ ਛੋਟੇ ਤੇ ਵੱਡੇ ਵਾਜੇ ਵਜਾਏ ਗਏ। ਜੋ ਜੋ ਸੁਣ ਆਇਓ ਤਿਨ ਪਾਇਓ, ਸਤਿਗੁਰ ਸੁਜਸ ਜਗਤ ਪਰ ਛਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜਾ ਵੀ ਸੁਣ ਕੇ ਆਇਆ ਹੈ ਉਹਨੂੰ ਹੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਦਾਨ ਮਿਲਿਆ ਹੈ ਤੇ ਸਤਿਗੁਰਾਂ ਦਾ ਜਿਹੜਾ ਜਸ ਸੀ ਨਾ ਉਹ ਜਗਤ ਭਰ ਦੇ ਵਿੱਚ ਬਹੁਤ ਛਾਇਆ। ਗੁਰ ਤਾ ਮਾਲਕ ਸਤਿਗੁਰ ਜਾਨਾ, ਸ੍ਰੀ ਹਰਿ ਰਾਏ ਸੋ ਨਾਮ ਬਖਾਨਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਗੁਰਿਆਈ ਦਾ ਮਾਲਕ ਆਇਆ ਹੈ। ਇਸ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਲਕ ਦਾ ਨਾਮ ਸ੍ਰੀ ਹਰਿ ਰਾਏ ਰੱਖਿਆ। ਕੰਚਨ ਕੇ ਕੰਕਣ ਕਰਵਾਏ, ਹੀਰਨ ਪੰਕਤ ਖਚੀ ਬਣਾਏ। ਸੋਨੇ ਦੇ ਕੜੇ ਕਢਵਾਏ ਗਏ ਨੇ ਜਿਨ੍ਹਾਂ ਵਿੱਚ ਹੀਰੇ ਮੋਤੀ ਜੜੇ ਗਏ। ਝਗਲੀ ਚੀਨੀ ਅਲਪ ਕਰਾਏ, ਉਪਰ ਗੋਟਾ ਅਦਕ ਲਗਾਏ। ਜਿਹੜੀ ਝਗਲੀ ਹੁੰਦੀ ਹੈ, ਜਿਹੜੀ ਝੱਗੀ ਹੁੰਦੀ ਹੈ, ਜਿਹੜੀ ਕਿ ਛੋਟੇ ਬੱਚਿਆਂ ਦੇ ਗਲ ਦੇ ਵਿੱਚ ਪਹਿਨਾਈ ਜਾਂਦੀ ਹੈ। ਕਵੀ ਜੀ ਲਿਖਦੇ ਨੇ ਕਿ ਬੜੇ ਬਰੀਕ ਕੱਪੜੇ ਦੀ ਉਹ ਜਿਹੜੀ ਝੱਗੀ ਹੈ ਨਾ ਉਹ ਸੀਤੀ ਗਈ ਹੈ
ਤੇ ਉਹਦੇ ਦੁਆਲੇ ਦੁਆਲੇ ਬਹੁਤ ਕੀਮਤੀ ਗੋਟਾ ਲਾਇਆ ਗਿਆ। मेवा यार पकवान कनेरा, तीनों गुर महला तिस बेरा। तिन्ने सतगुरां दे महलां ने ये सारा कुछ तैयार करवाया है। बहुते सारे मेवे ते पकवान बनाए गए। सहत स्नेह सुतुरत पठाए, कीरतपुर पौत्रा जन माए। सहत स्नेह दे ਇਹ ਸਾਰਾ ਕੁਝ ਤਿਆਰ ਕਰਕੇ ਮਾਤਾਵਾਂ ਨੇ ਕੀਰਤਪੁਰ ਦੇ ਵਿੱਚ ਭੇਜਿਆ ਹੈ, ਕਿਉਂਕਿ ਪੋਤਰੇ ਨੇ ਜਨਮ ਲਿਆ। ਗਣ ਮੰਗਲ ਏਮ ਨਏ ਰਚੰਤੇ, ਗੁਰਸਨ ਬੰਦੀ ਆਨੰਦ ਮਚੰਤੇ। ਬਹੁਤ ਸਾਰੇ ਮੰਗਲ ਹੋ ਰਹੇ ਨੇ, ਨਵੀਆਂ ਤੋਂ ਨਵੀਆਂ ਖੁਸ਼ੀਆਂ ਹੋ ਰਹੀਆਂ ਨੇ। ਗੁਰੂ ਘਰ ਦੇ ਜਿੰਨੇ ਵੀ ਸਰਮਦੀ ਨੇ ਉਹ ਬਹੁਤ ਹੀ ਜ਼ਿਆਦਾ ਆਨੰਦ ਦੇ ਵਿੱਚ ਭਿੱਜੇ ਹੋਏ ਨੇ। जब दोए मास बिते यस भांति, साई दास पठी तब पाती। ग्रंथाकार भाई संतोख सिंह जी लिखते ने 2 महीने इसे तरीके दे नाल बतीत हो गए। 2 महीनों तो बाद साई दास जी दी चिट्ठी सतगुरां दे कोल पहुंची। होए दीन बहु कीनस बिनती, आवो मेहर करो तज गिनती। चिट्ठी दे विच बड़ी ही अधीनगी दे नाल सतगुरां दे चरणां दे विच बेनती कीती हुई सी। लिखिया होया सी, आवो मेहर करो तज गिनती। हे सच्चे पातशाह, किरपा करके साडे कोल आवो, किरपा करके अपना दर्शन दिओ, मेहर करके सारियां गिनतियां नूं दूर कर दिओ। दिवस बसोए को बड़ मेला, 4 दिश ते नर होए सकेला। चिट्ठी दे विच साईं दास ने ते रामो ने लिखिया होया सी कि विसाखी दा जिहड़ा मेले दा दिन है ना, वो लागे आ रहा है। सच्चे पातशाह, विसाखी दे मेले दे उत्ते बहुत सारियां संगतां दा इकट्ठ होवेगा। इहां आन कै करो गोसाई, देव दरस दासन समुदाई। अर्ज लिखी हुई है चिट्ठी दे विच कि किरपा करके जिहड़ा विसाखी दा मेला है ना, वो साडे पिंड दे विच ही साडे कोल मनाया जावे। देव दरस दासन समुदाई, समूह दासां नूं इत्थे आण के दर्शन देण दी किरपा करो। इत्यादक सत गुरु उबाची, हृदय विचार्यो कर बे साची। कवि संतोख सिंह जी लिखते ने इस तरह की लिखी हुई चिट्ठी सतगुरु हरगोबिंद सच्चे पातशाह जी ने पढ़ी है, ते फिर अपने मन दे विच सतगुरां ने विचार किया है कि साईं दास दे मन दे मनोरथ नूं सच्चा जरूर करना। उबै जोध हम कीन विरोधा, अबै शाह नहीं ठान क्रोधा। सतगुरु जी विचारते ने उबै युद्ध हम कीन विरोधा, के 2 ਜਿਹੜੇ युद्ध ने ना वो ਅਸੀਂ बहुत ही ज्यादा चंगी तरह रुझ के अड़के कीते ने। अबै शाह नहीं ठानत क्रोधा, पर थोड़े समय ਦੇ ਵਾਸਤੇ बादशाह शांत हो गया, क्रोध ਨੂੰ ਧਾਰਨ नहीं करता। सुमत वजीर खान समझावे, कह मह मारे सिर बिसरावे। सतगुरु जी जानते ने कि श्रेष्ठ बुद्धि का मालक जिहड़ा वजीर खान साडा प्यारा है, वो बड़ियां तरह दीयां गल्लां कह के बादशाह नूं समझा दिंदा है। गुरु घर दी महिमा दस के बादशाह दे गुस्से नूं दूर कर दिंदा है। पर सतगुरु जी विचारते ने कि बहुती देर नहीं लंघेगी, बहुती देर बादशाह टाला नहीं करेगा, युद्ध ते फिर भी होएगा। अब जंगल चल दिवस गुजारै, तहां लरै रिप गण को मारै। हुण सतगुरु जी ते अंतरजामी ने, वो ते आउण वाले समय नूं जाणदे ने। इस करके सतगुरु जी ने विचार कीते कि हुण सानूं चाहीदा कि जंगल दे वल चले जाइए। जंगल दा इत्थे भाव है कि मालवे दा इलाका। गुरु जी ने विचारिया कि मालवे दे इलाके दे विच चले जाइए, उत्थे अपने दिनां नूं बतीत करिए। तहां लरै रिप गण को मारै, उत्थे फौज आवेगी, उत्थे लड़ांगे ते तुरकां दा नाश करांगे।
जंग न भलो सुदा सर माही, आवे तुरक अदब रह नाही। सतगुरां ने सोचा कि जंग लड़ना ਅੰਮ੍ਰਿਤਸਰ ਦੇ ਵਿੱਚ ਚੰਗਾ ਨਹੀਂ ਹੈ, ਕਿਉਂਕਿ ਤੁਰਕ ਆਉਂਦੇ ਨੇ ਤੇ ਗੁਰਦੁਆਰੇ ਦਾ ਅਦਬ ਨਹੀਂ ਰਹਿੰਦਾ, ਬੇਅਦਬੀ ਕਰਦੇ ਨੇ। ਹਰ ਲਵਪੁਰ ਕੋ ਨੇਰ ਕਨੇਰਾ, ਚੜਿਆ ਮੈਂ ਲਸ਼ਕਰ ਬਹੁ ਤੇਰਾ। ਇਸ ਤੋਂ ਇਲਾਵਾ ਸਤਿਗੁਰਾਂ ਨੇ ਵਿਚਾਰਿਆ ਹੈ ਕਿ ਲਾਹੌਰ ਨਗਰੀ ਬਹੁਤ ਜ਼ਿਆਦਾ ਅੰਮ੍ਰਿਤਸਰ ਦੇ ਲਾਗੇ ਹੈ, ਇਸ ਕਰਕੇ ਤੁਰਕਾਂ ਦੀ ਬਹੁਤ ਸਾਰੀ ਜਿਹੜੀ ਫੌਜ ਹੈ ਨਾ, ਉਹ ਛੇਤੀ ਹੀ ਅੰਮ੍ਰਿਤਸਰ ਪਹੁੰਚ ਜਾਂਦੀ। ਨਹੀਂ ਮਵਾਸ ਹੋਣ ਕੋ ਥਾਨ, ਨਹੀਂ ਬਿਖਮ ਕਿਤ ਦੁਰਗ ਮਹਾਨ। ਐਸਾ ਥਾਂ ਜਿਸ ਦੀ ਓਟ ਲੈ ਕੇ ਵੈਰੀ ਦੇ ਨਾਲ ਲੜਿਆ ਜਾਵੇ, ਉਸ ਨੂੰ ਆਖਿਆ ਜਾਂਦਾ ਹੈ ਮਵਾਸੀ ਜਗ੍ਹਾ, ਆਕੀ ਹੋਣ ਦੀ ਜਗ੍ਹਾ। ਸਤਿਗੁਰੂ ਜੀ ਵਿਚਾਰਦੇ ਨੇ ਕਿ ਐਸੀ ਜਗ੍ਹਾ ਵੀ ਅੰਮ੍ਰਿਤਸਰ ਦੇ ਵਿੱਚ ਨਹੀਂ ਹੈ ਕਿ ਜਿੱਥੇ ਆਕੀ ਹੋ ਕੇ ਰਿਹਾ ਜਾਵੇ। ਨਹੀਂ ਬਿਖਮ ਕਿਤ ਦੁਰਗ ਮਹਾਨ, ਔਰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਤਕੜਾ ਮਜ਼ਬੂਤ ਕਿਲਾ ਵੀ ਨਹੀਂ। ਲਰਨ ਸਥਲ ਜੰਗਲ ਮੈਂ ਆਛੋ, कहूं कहूं जल प्राप्त बांछो। ਇਸ ਕਰਕੇ ਸਤਿਗੁਰਾਂ ਨੇ ਵਿਚਾਰਿਆ ਹੈ ਕਿ ਲੜਨ ਦੀ ਜਿਹੜੀ ਜਗ੍ਹਾ ਹੈ ਨਾ, ਉਹ ਤੇ ਮਾਲਵਾ ਹੀ ਸਾਰਿਆਂ ਤੋਂ ਚੰਗੀ ਜਗ੍ਹਾ ਹੈ, ਕਿਉਂਕਿ कहूं कहूं जल प्राप्त बांछे ਕਹਿਣ ਤੋਂ ਭਾਵ ਇਹ ਹੈ ਕਿ ਲੋੜ ਪਈ ਤੇ ਪਾਣੀ ਕਿਤੇ ਕਿਤੇ ਹੀ ਲੱਭਦਾ ਹੈ। ਭਾਵ ਪਾਣੀ ਥੋੜਾ ਹੈ ਤੇ ਬਾਦਸ਼ਾਹੀ ਫੌਜਾਂ ਦੇ ਲਈ ਇਸ ਥੁੜ ਦਾ ਬਹੁਤ ਵੱਡਾ ਘਾਟਾ ਪਵੇ। महायुजार खरे बन जहां, मार काने तुरक हम तहां। सतगुरु जी सोचते ने कि मालवे का बहुत सारा इलाका उजाड़ दे विच पिया होया है, जिथे बहुत संघने जंगल ने। मारे घने तुरक हम तहां, उत्थे रह के असीं तुरकां नूं बहुतियां सारियां नूं नाश करांगे। जिम किम करें दावले फतेह, शाह जी आप जाए तेह हतैं। सतगुरु जी सोचते ने जिवें ना किवें दा करके असीं जरूर जित दी प्राप्ति करांगे। जेकर बादशाह भी आ गया ते उहनूं भी रणभूमि दे विच मार दिआंगे। जल को घेर चमू थिर होए, जहर पको जल पाए ना कोए। सतगुरु जी तरह तरह दियां अपने मन दे विच विਉਂਤਾਂ बनाउंदे ने कि जिहड़ी जगह होवेगी मालवे दे विच पानी वाली, उहदे ते जाके फौज दे समेत डेरा लावांगे। जहर पको जल पाए ना कोई, ते जेकर असीं पानी वाली जगह नूं दबिया होवेगा, मल्लिया होवेगा, ते वैरियां दी फौज दे कोल पीण दे वास्ते किते पानी नहीं होवेगा। इत्यादक बहु हृदय विचारा, जंगल को प्यान निर धारा। ग्रंथाकार भाई संतोख सिंह जी लिखते ने, इस तरीके दे नाल बहुत तरह दियां विचारां सतगुरां ने अपने मन दे नाल कीतियां ने, ते आखिरकार इस नतीजे दे उत्ते पहुंचे ने कि जरूर ही सानू मालवे दे वल चलिया जाना चाहिए। निसमय महल गए गोसाई, टिग दमोदरी चल कर आई। जदों रात दे वेले सतगुरु जी अपने महलों दे विच गए ने, उस वेले दमोदरी जी सतगुरां दे कोल आए। कहियो तो है पगनी पठ पाती, हमें हकार निहित उम हाथी। दमोदरी नूं देख के सतगुरु जी कहते ने कि तेरी भैन दी चिट्ठी आई है, जिस चिट्ठी दे विच उन्हां दोवां जियां ने लिखिया कि असीं उत्थे जाके उन्हां नूं दर्शन देई। साईं दास लिखी बहु बिनती, आवो मेहर तरो तज गिनती। दमोदरी जी नूं सतगुरु जी कहंदे ने कि साईं दास ने बहुत तरह की चिट्ठी दे विच बेनती लिखी हुई है। उन्हें लिखिया होया कि मेहर करके साडे कोल आओ, सारियां गिनतियां नूं तुसीं छड्ड दिओ। कहंदे ने तो है मनोरथ कहां सुनावो, इहां बसो के तहां सिधावो। सतगुरु जी कहंदे ने दमोदरीए तेरे मन दी चाह की है
ਕੀ ਤੂੰ ਉੱਥੇ ਜਾਣਾ ਚਾਹੁੰਦੀ ਹੈ ਜਾਂ ਕਿ ਇੱਥੇ ਹੀ ਰਹਿਣਾ ਤੂੰ ਚੰਗਾ ਸਮਝਦੀ? ਸੁਣ ਦਮੋਦਰੀ ਗਿਰਾ ਬਖਾਨੀ, ਕਰੋ ਆਪ ਜੈਸੇ ਮਨ ਭਾਨੀ। ਦਮੋਦਰੀ ਜੀ ਨੇ ਹੱਥ ਜੋੜ ਕੇ ਬਚਨ ਕੀਤਾ, ਕਹਿੰਦੀ ਹੈ हे ਸੱਚੇ ਪਾਤਸ਼ਾਹ, ਕਰੋ ਆਪ ਜੈਸੇ ਮਨ ਭਾਨੀ। ਕਹਿੰਦੀ ਹੈ ਕਿ ਮੇਰੀ ਸਲਾਹ ਕੀ ਪੁੱਛਦੇ ਹੋ हे ਸੱਚੇ ਪਾਤਸ਼ਾਹ, ਜੋ ਤੁਹਾਨੂੰ ਚੰਗਾ ਲੱਗਦਾ ਹੈ ਨਾ ਉੰਜ ਕਰੋ। ਕਹਿੰਦੀ ਹੈ ਚਲੋ ਚਲੇਂਗੇ ਸੰਗ ਤੁਮਾਰੇ, ਬਸੋ ਬਸੇਂਗੇ ਸਭ ਨਿਰਤਾਰੇ। ਸੱਚੇ ਪਾਤਸ਼ਾਹ ਮੇਰੀ ਕੀ ਮਰਜ਼ੀ ਹੈ, ਜੇ ਤੁਸੀਂ ਜਾਣਾ ਚਾਹੋਗੇ ਤੇ ਤੁਹਾਡੇ ਨਾਲ ਜਾਵਾਂਗੇ ਸਾਰੇ ਦੇ ਸਾਰੇ, ਤੇ ਜੇਕਰ ਇੱਥੇ ਵਸੋਗੇ ਤੇ ਅਸੀਂ ਸਾਰੇ ਇੱਥੇ ਵਸਾਂਗੇ। ਸੱਚੇ ਪਾਤਸ਼ਾਹ ਮੇਰੀ ਮਰਜ਼ੀ ਨਹੀਂ ਹੈ, ਮਰਜ਼ੀ ਸਿਰਫ ਤੁਹਾਡੀ। ਅਰਧ ਚੇਤ ਕੋ ਮਾਸ ਬਿਤਾਇਓ, ਗਮਨ ਆਪਨੋ ਸਬਨ ਸੁਨਾਇਓ। ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੀ ਤੇ ਮਰਜ਼ੀ ਜਾਣਦੀ ਹੈ। ਕਵੀ ਜੀ ਲਿਖਦੇ ਨੇ ਕਿ ਅੱਧਾ ਚੇਤਰ ਦਾ ਮਹੀਨਾ ਬਤੀਤ ਹੋ ਗਿਆ ਸੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਦੇ ਵਾਸਤੇ ਆਪਣਾ ਹੁਕਮ ਸੁਣਾ ਦਿੱਤਾ। 3000 ਚਮੂ ਭਟ ਸੰਗ, ਸ਼ਾਸਤਰ ਜਤਾਰਤ ਸਹਿਤ ਤੁਰੰਗ। ਕਵੀ ਜੀ ਲਿਖਦੇ ਨੇ ਕਿ 3000 ਫੌਜ ਸ਼ਸਤਰਧਾਰੀ ਯੋਧਿਆਂ ਦੇ ਨਾਲ ਜਾਣ ਦੇ ਵਾਸਤੇ ਤਿਆਰ ਹੋਈ ਹੈ, ਜਿਹੜੀ ਕਿ ਸ਼ਸਤਰਾਂ ਤੇ ਬਸਤਰਾਂ ਦੇ ਸਮੇਤ ਘੋੜਿਆਂ ਦੀ ਅਸਵਾਰੀ ਕਰਨ ਵਾਲੀ। ਸਿੱਖ ਮਸੰਦ ਮੇਵੜੇ ਕਨੇ, ਦਾਸ ਅਨੇਕ ਤਿਨੋਂ ਕੋ ਗਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਆਮ ਸਿੱਖ ਨੇ, ਬਹੁਤੇ ਸਾਰੇ ਮਸੰਦ ਨੇ, ਬਹੁਤੇ ਸਾਰੇ ਮੇਵੜੇ ਨੇ, ਬਹੁਤ ਸਾਰੇ ਅਨੇਕਾਂ ਤਰ੍ਹਾਂ ਦੇ ਦਾਸ ਨੇ, ਤਿਨੇ ਕੋ ਗਨੇ। ਕਵੀ ਜੀ ਲਿਖਦੇ ਨੇ ਕਿ ਇਹਨਾਂ ਸਾਰਿਆਂ ਦੀ ਗਿਣਤੀ ਕੋਈ ਕੀ ਕਰੇ। ਸੁਣ ਗੁਰ ਤੇ ਤਿਆਰੀ ਸਭ ਤਾਰ, ਆਪਣੀ ਆਪਣੀ ਵਸਤ ਸੰਭਾਰੈ। ਜਦੋਂ ਸਤਿਗੁਰਾਂ ਨੇ ਤਿਆਰੀ ਦਾ ਹੁਕਮ ਕੀਤਾ, ਉਸ ਵੇਲੇ ਸਾਰੇ ਦੇ ਸਾਰੇ ਆਪੋ ਆਪਣੀਆਂ ਚੀਜ਼ਾਂ ਨੂੰ ਸਾਂਭਣ ਲੱਗੇ। ਸਤਿਗੁਰ ਵਸਤੂ ਸਕਲ ਸੰਭਾਰੀ, ਆਵਣ ਹੋਏ ਕਿ ਨਹੀਂ ਉਰ ਧਾਰੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਚੀਜ਼ਾਂ ਨੂੰ ਵੱਧ ਤੋਂ ਵੱਧ ਸੰਭਾਲਣ ਦਾ ਯਤਨ ਕੀਤਾ ਹੈ ਔਰ ਦਾਸਾਂ ਨੂੰ ਹੁਕਮ ਕੀਤਾ ਕਿ ਸਾਰੀਆਂ ਚੀਜ਼ਾਂ ਨੂੰ ਤਿਆਰ ਕੀਤਾ ਜਾਵੇ। ਆਵਣ ਹੋਏ ਕਿ ਨਹੀਂ ਉਰ ਧਾਰੀ। ਦਰਅਸਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰਧਾਰਾ ਬਣਾਈ ਹੋਈ ਹੈ ਕਿ ਪਤਾ ਨਹੀਂ ਮੁੜ ਕੇ ਅੰਮ੍ਰਿਤਸਰ ਆਉਣਾ ਹੈ ਕਿ ਨਹੀਂ ਆਉਣਾ, ਕਿਉਂਕਿ ਯੁੱਧ ਦੇ ਵਿੱਚ ਕਿਸੇ ਗੱਲ ਦਾ ਕੋਈ ਨੀਅਤ ਪ੍ਰਮਾਣ ਨਹੀਂ ਹੁੰਦਾ ਕਿ ਯੁੱਧ ਦਾ ਨਤੀਜਾ ਕੀ ਨਿਕਲੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਕਿ ਜੇਕਰ ਯੁੱਧ ਹੋਇਆ ਤੇ ਹੋ ਸਕਦਾ ਹੈ ਕਿ ਵੀਰ ਗਤੀ ਨੂੰ ਪ੍ਰਾਪਤ ਕਰ ਲਿਆ ਜਾਵੇ। ਇਸ ਕਰਕੇ ਸਤਿਗੁਰੂ ਜੀ ਸੋਚਦੇ ਨੇ ਕਿ ਪਤਾ ਨਹੀਂ ਦੁਬਾਰਾ ਅੰਮ੍ਰਿਤਸਰ ਪਹੁੰਚਾਂਗੇ ਜਾਂ ਨਹੀਂ ਪਹੁੰਚਾਂਗੇ। ਸਕਲ ਕੁਟਾਂਬ ਤਿਆਰ ਕਰਵਾਇਓ, ਦਾਸੀ ਦਾਸਣ ਕੋ ਸਮੁਦਾਇਓ। ਸਤਿਗੁਰਾਂ ਨੇ ਹੁਕਮ ਕਰਕੇ ਆਪਣੇ ਸਾਰੇ ਪਰਿਵਾਰ ਨੂੰ ਤਿਆਰ ਕਰਵਾਇਆ ਹੈ। ਬਹੁਤ ਸਾਰੀਆਂ ਦਾਸੀਆਂ ਤੇ ਦਾਸ ਵੀ ਇਕੱਠੇ ਹੋਏ। ਚੱਲ ਕਰ ਗਏ ਪ੍ਰਥਮ ਦਰਬਾਰ, ਹਾਥ ਜੋਰ ਬਹੁ ਬਿਨੈ ਉਚਾਰ। ਸਾਰਿਆਂ ਤੋਂ ਪਹਿਲਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸਾਰੇ ਪਰਿਵਾਰ ਦੇ ਸਮੇਤ ਹਰੀ ਮੰਦਰ ਦੇ ਵਿੱਚ ਪਹੁੰਚੇ ਨੇ। ਦਰਬਾਰ ਦੇ ਅੱਗੇ ਜਾ ਕੇ ਹੱਥ ਜੋੜ ਕੇ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਜੀ ਦਰਬਾਰ ਦੇ ਵਿੱਚ ਹਾਜ਼ਰ ਹੋਏ। 20ਵੀਂ ਚੇਤਰੋਂ ਸਣੇ ਪਰਿਵਾਰ ਗੁਰ ਜੀ, ਸੂਰਜ ਚੜੇ ਹੀ ਹੋ ਤਿਆਰ ਆਏ। ਨੰਗੀ ਪੈਰੀ ਕੜਾ ਪ੍ਰਸ਼ਾਦ ਲੈ ਕੇ, ਸਿੱਧੇ ਚੱਲ ਕੇ ਸ੍ਰੀ ਦਰਬਾਰ ਆਏ। ਅੰਦਰ ਜਾਏ ਕੜਾ ਪ੍ਰਸ਼ਾਦ ਧਰਿਆ, ਚੱਲ ਸਿੱਖ ਸੇਵਕ ਜਥੇਦਾਰ ਆਏ। ਖੜੇ ਹੋ ਸਤਿਗੁਰੂ ਕਰਤਾਰ ਸਿੰਘਾ, ਕਰਦੇ ਬੇਨਤੀ ਪਾਸ ਕਰਤਾਰ ਆਏ। ਕਵੀ ਕਰਤਾਰ ਸਿੰਘ ਜੀ ਕਲਾਸਵਾਲ ਲਿਖਦੇ ਨੇ ਕਿ ਦਰਬਾਰ ਦੇ ਅੱਗੇ ਹੱਥ ਜੋੜ ਕੇ ਸਤਿਗੁਰੂ ਜੀ ਖੜੇ ਹੋਏ ਨੇ ਤੇ ਸਤਿਗੁਰਾਂ ਨੇ ਬੇਨਤੀ ਕਰਨੀ ਸ਼ੁਰੂ ਕੀਤੀ। ਸਤਿਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਮਮ ਆਵਣ ਕਹਿ ਨਾਹੀ,
बसो सदा हरि मंदिर माही। हथ जोड़ के सतगुरु हरगोबिंद सच्चे पातशाह जी ने बेनती की है कि हे प्रभु जी, हे महाराज जी, पता नहीं दोबारा मेरा आना ਅੰਮ੍ਰਿਤਸਰ ਦੇ ਵਿੱਚ ਹੋਵੇਗਾ कि नहीं होवेगा, पर बसो सदा हरि मंदिर माही। पर हे परमेश्वर, तुसी हमेशा हरि मंदिर दे विच वसदे रहना, मैं भावें आवां या ना। जंगल जाए जंग में ठानो, मानी तुरकन के गन हानो। इस तो इलावा सतगुरां ने यह भी बेनती की है कि मालवे दे इलाके दे विच जाके मैं तुरकां दे नाल वड्डा जंग लड़ना है। मानी तुरकन को गण हानो, जेड़े मानी ते हंकारी तुरक ने उन्हां बहुतियां सारियां दा नाश करना है। इस करके मेहर भरिया हथ जिहड़ा है ना वो मेरे सिर दे उत्ते तुसीं जरूर रखियो। इस तरह दीयां बेनतियां उस वेले सतगुरां ने कीतियां ने हथ जोड़ के। कीता कमर कसा पाने विच असां, तेरे हुक्म दे ताई निभान चले। जेड़ी कार वड्डी साडे लाई जुमे, सिरे उस दे ताई चढ़ान चले। अजे जुल्म दियां जड़ां हिलियां नहीं, धक्का मार के असी हिलान चले। इत्थे होए बेअदबी जंग होया, जंगल देश नूं कर ध्यान चले। करनी आप सहायता सब थाई, नाल मुगलां करन कमसान चले। चा लथा ने सूबियां हाकमां दा, करन उन्हां दा दूर गुमान चले। साडी पिठ उत्ते पिता हथ रखी, साडी पिठ उत्ते पिता हथ रखी। पूरा करी जो रख निशान चले। आप अपने थां दी करी राखी, तेरे आसरे छड़ इस थान चले। तेरी ओट दा कोट इस पुरी ताई, तेरी ओट दा कोट इस पुरी ताई। सौंप तेरे ताई भगवान चले। अंत सोध अरदास करतार सिंगा, रख मालवे देश दा ध्यान चले। करतार सिंह जी कलास वाले लिखते ने कि सतगुरां दे हजूर इस तरह दीयां बेनतियां कीतियां ने सतगुरु हरगोबिंद सच्चे पातशाह जी ने। असीं ते हुण जा रहे हैं इथों, किरपा करनी कि साडे उत्ते मेहर भरिया तुहाडा हथ रवे। तब आवाज पी मंदर माही, तुमरी विजय अरे रिप नाही। कवि संतोख सिंह जी लिखते ने कि जदों ही सतगुरां ने इस तरह दीयां बेनतियां कीतियां, तुरंत ही बाज मंदिर दे विचों, हरि मंदिर दे विचों एक गैबी आवाजा आया है, जिहदे विचों यह हुक्म होया, तुमरी विजय अरे रिप नाही। तेरी विजय होवेगी, तेरी जित होवेगी, तेरे अगे कोई भी वैरी अटक नहीं सके। श्री हर गोविंद सुनत आनंदे, बंधन करी धुंध कर बंदे। जदों सतगुरां दे कन्नां दे विच यह आवाज पई है, तेरी जित होवेगी, कोई वैरी नहीं अड़ेगा। सतगुरु जी उस गैबी आवाजे नूं सुन के बहुत ज्यादा खुश होए ने। दोबारा फिर हथ जोड़ के सतगुरां ने नमस्कार की। वहर प्रदक्षिण दे कर चार, पुण गुर तखत अकाल सिधार। बाहर आन के चार प्रकरमा कीतियां ने ते फिर उथों चल के अकाल तख्त पहुंच गए। हाथ जोड़ अरदास कराए, बृंद प्रसाद दयो बरताए। उथे भी आन के हथ जोड़ के अरदासा कीता गया ते बहुत सारा प्रसाद उथे वंड दिता गया। तबै मंगाए जराऊ खासा, जिह में सुंदर होत प्रकाशा। इन्ने चिरनों कवि जी लिखते ने कि सतगुरां ने बहुत सोहना खासा मंगा लिया है, एक पालकी मंगा ली है जिन्हों बहुत सारे हीरे मोती लगे हुए। श्री ग्रंथ साहिब बिच थाप, करियो
ਅਗਾਰੀ ਪਾਛੇ ਆਪ। ਉਸ ਖਾਸੇ ਦੇ ਵਿੱਚ ਆਦ ਗ੍ਰੰਥ ਦੀ ਬੀੜ ਨੂੰ ਹੁਕਮ ਕਰਕੇ ਰਖਵਾ ਲਿਆ ਹੈ। ਕਰਿਓ ਅਗਾਰੀ ਪਾਛੇ ਆਪ। ਦਾਸਾਂ ਨੂੰ ਹੁਕਮ ਕੀਤਾ ਕਿ ਖਾਸੇ ਨੂੰ ਚੁੱਕ ਕੇ ਲਿਜਾਇਆ ਜਾਵੇ। ਅੱਗੇ ਅੱਗੇ ਖਾਸੇ ਨੂੰ ਚੁੱਕ ਕੇ ਦਾਸ ਤੁਰ ਪਏ ਨੇ ਤੇ ਮਗਰ ਮਗਰ ਸਤਿਗੁਰੂ ਜੀ ਚੱਲ ਪਏ। ਦੋਏ ਦਿਸ਼ਾ ਦੋਏ ਚਮਰ ਟੁਰਾਵੇਂ, ਚਲੇ ਕਿਤਕਲੇ ਸੰਖ ਬਜਾਵੇਂ। ਜਿਹੜੇ ਖਾਸੇ ਦੇ ਵਿੱਚ ਆਦ ਬਾਣੀ ਦੀ ਬੀੜ ਨੂੰ ਰੱਖਿਆ ਹੋਇਆ, ਉਹਦੇ ਦੋਵੇਂ ਪਾਸੇ ਦੋ ਜਿਹੜੇ ਸਿੱਖ ਨੇ ਉਹ ਚੌਰ ਕਰ ਰਹੇ ਨੇ ਤੇ ਬਹੁਤੇ ਸਾਰੇ ਜਿਹੜੇ ਦਾਸ ਨੇ ਨਾ ਉਹ ਸੰਖਾਂ ਦੀ ਧੁਨੀ ਨੂੰ ਵਜਾ ਰਹੇ ਨੇ, ਗੁੰਜਾ ਰਹੇ ਨੇ। ਰਥ ਅਰੂੜ ਗੁਰ ਮਹਿਲਾ ਤੀਨ, ਡੋਰੇ ਨੁਖਾ ਅਰੂੜਨ ਕੀਨ। ਰਥ ਦੀ ਸਵਾਰੀ ਕੀਤੀ ਹੋਈ ਹੈ ਸਤਿਗੁਰਾਂ ਦੇ ਤਿੰਨਾਂ ਮਹਿਲਾਂ ਨੇ। ਇਸ ਤੋਂ ਇਲਾਵਾ ਇੱਕ ਡੋਲੇ ਦੇ ਵਿੱਚ ਜਿਹੜੀ ਨੂੰਹ ਰਾਣੀ ਹੈ ਉਸ ਨੂੰ ਸਵਾਰ ਕੀਤਾ ਗਿਆ। तीनों पुत्र संग चढ़ चाले, दुंदव बजै सुपट गण नाले। सतगुरां दे तीन साहिबजादे सतगुरां दे नाल जा रहे ने। दुंदव बजै सुपट गण नाले। इस तो इलावा नगारे वजाए जा रहे ने। सतगुरां दे शस्त्रधारी योधे भी सतगुरां दे नाल जा रहे ने। पन ही बिना ग्रंथ के पाछे, पुरनिक से चल सिर गुर आछे। पन ही बिना ग्रंथ के पाछे। सतगुरु सच्चे पातशाह जी ने जोड़ा नहीं पाया होया क्योंकि भीड़ नूं नाल ले जा रहे ने। इस करके नंगे चरना दे नाल सतगुरु सच्चे पातशाह जी पिछे पिछे चले आ रहे ने। इस तरीके दे नाल चलदियां चलदियां पुरी दे विचों सारे दे सारे बाहर निकले ने। इस तरीके दे नाल उस वेले वापरे। वरत गया प्रसाद सी जिस वेले, मथा टेक प्रदखना चार कर दे। निकल दर्शनी ड्योडियों बाहर आए, श्री तखत अकाल दीदार कर दे। श्री ग्रंथ जी नू नाल अदब दे जी, चुक खासे दे विच असवार कर दे। आप नंगी पैरी पिछे तुर पे, राम सन नू रुख दा तार कर दे। कवि करतार सिंह जी कलास वाले लिखते हैं कि इस तरीके दे नाल सतगुरु सच्चे पातशाह जी नंगे चरणा दे नाल पिछे पिछे तुरदे गए। फिर जब पए सो विधिया कह, हुक्म करो जो पाछे रह। जदों सतगुरु जी थोड़ी दूरी ते जाके रुके ते भाई विधि चंद ने हथ जोड़ के अर्ज की। कहंदा सच्चे पातशाह हुक्म करो जो पाछे रह। सच्चे पातशाह किसे नू हुक्म करो जेड़ा के साडे जान तो पिछों अमृतसर दे विच रवे। सेवा संभारे दरबार, लेन देन ठान व्यवहार। भाई विधि चंद जी कहंदे ने कि किसे सिख सेवक नू हुक्म करना चाहिदा जेड़ा कि अमृतसर दे विच रवे ते दरबार दी सेवा संभाल करे। लैन देन दा सारा जिहड़ा विहार है ना उस नूं सांभे। इस तरीके दे नाल उस वेले सतगुरु हरगोबिंद सच्चे पातशाह जी दे चरनां दे विच भाई विधि चंद ने बेनती कीती। सच्चे पातशाह श्री दरबार साहिब, कार सेवा दी पिछे निभाऊ केड़ा। जथा कोई ना छड्डिया तुसां पिछे, अमृत सर दी राखी रखाऊ केड़ा। जे मुगलां ने उत्पात कीता, जे मुगलां ने उत्पात कीता, मारे उन्हां दा मुख पवाऊ केड़ा। गुरपुरी दा पिछों करतार सिंगा, सांबकार विहार चलाऊ केड़ा। विधि चंद ने आख्या सच्चे पातशाह जान तो पिछों इस गुरु दी पुरी दा नगरी दा साम संभाल दा जिहड़ा काम है ना वो कौन सांभेगा। सुन गुर बोले सिख अनाथ, सेवा करें प्रेम के साथ। सतगुरु हरगोबिंद सच्चे पातशाह जी कहंदे ने हे विधि चंद, सतगुरां दे जिहड़े गरीबड़े सिख ने वो बहुत सारे ने
ਜਿਹੜੇ ਕਿ ਪ੍ਰੇਮ ਦੇ ਨਾਲ ਸੇਵਾ ਸੰਭਾਲ ਕਰ ਸਕਦੇ। ਗੁਰ ਕਰ ਅਵ ਚਲ ਸਿੱਖ ਕਨੇਰੇ, ਦਿਨ ਪ੍ਰਤੀ ਵਧੈ ਪ੍ਰਤਾਪ ਬਡੇਰੇ। ਇਸ ਤੋਂ ਇਲਾਵਾ ਸਤਿਗੁਰਾਂ ਨੇ ਬਚਨ ਕੀਤਾ ਕਿ ਗੁਰੂ ਦਾ ਜਿਹੜਾ ਘਰ ਹੈ ਉਹ ਅਵ ਚਲ ਹੈ, ਭਾਵ ਕਿ ਸਥਿਰ ਰਹਿਣ ਵਾਲਾ ਹੈ। ਬਹੁਤ ਸਾਰੇ ਕਨੇਰੇ ਸਿੱਖ ਨੇ। ਦਿਨ ਪ੍ਰਤੀ ਵਧੈ ਪ੍ਰਤਾਪ ਬਡੇਰੇ। ਇਸ ਗੁਰੂ ਘਰ ਦਾ ਔਰ ਗੁਰੂ ਕੀ ਨਗਰੀ ਦਾ ਜਿਹੜਾ ਪ੍ਰਤਾਪ ਹੈ ਨਾ, ਇਹ ਦਿਨੋਂ ਦਿਨ ਬਹੁਤ ਜ਼ਿਆਦਾ ਵਧੇਗਾ। ਕਹਿੰਦੇ ਨੇ ਹਮਰੋ ਆਵਣ ਹੋਏ ਨਾ ਹੋਏ, ਸੇਵਕ ਗੁਰ ਕੇ ਰਹਿ ਸਭ ਕੋਏ। ਭਾਈ ਬਿਧੀ ਚੰਦ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡਾ ਭਾਵੇਂ ਇੱਥੇ ਦੁਬਾਰਾ ਆਉਣਾ ਹੋਵੇ ਜਾਂ ਨਾ ਹੋਵੇ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਦੇ ਸਿੱਖ ਤੇ ਗੁਰੂ ਦੀ ਨਗਰੀ ਇਸੇ ਤਰੀਕੇ ਦੇ ਨਾਲ ਵਸਦੀ ਰਹੇਗੀ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਨੂੰ ਇਸ ਤਰ੍ਹਾਂ ਆਖਿਆ, ਬਿਧੀ ਚੰਦ ਜੀ ਪੂਰੀ ਕਰਤਾਰ ਦੀਏ, ਰਚਨਹਾਰ ਹੀ ਇਹਦਾ ਕਰਤਾਰ ਆਪੇ। ਜਿਸ ਰਚੀ ਹੈ ਉਸੇ ਨੂੰ ਫਿਕਰ ਭਾਰਾ, ਹਰ ਦਮ ਇਹਦਾ ਰੱਖਣਹਾਰ ਆਪੇ। ਜਿਹੜਾ ਇਹਦੀ ਬੇਅਦਬੀ ਕਰਨ ਆਊ, ਜੜ ਆਪਣੀ ਲਊ ਉਖਾੜ ਆਪੇ। ਬੱਦੀ ਆਵੇਗਾ ਤੇ ਲੱਥੀ ਜਾਏਗਾ ਉਹ, ਪਾਉ ਸਜ਼ਾ ਭਾਰੀ ਗੁਨਾਹਗਾਰ ਆਪੇ। ਸੇਵਾ ਸੌਂਪੀ ਹੈ ਸਿੱਖਾਂ ਨਿਮਾਣਿਆਂ ਨੂੰ, ਉਹ ਗਰੀਬ ਚਲਾਉਣਗੇ ਕਾਰ ਆਪੇ। ਸਾਡਾ ਮੁੜਨਾ ਆਉਣਾ ਹੋਏ ਇੱਥੇ, ਕੀਤੀ ਕਾਰੇ ਅਸਾਂ ਵਿਚਾਰ ਆਪੇ। ਸਮਾਂ ਆਵੇਗਾ ਲੈਣ ਸੰਭਾਲ ਸੇਵਾ, ਮੁਖੀ ਪੰਥ ਦੇ ਸਭ ਸਰਦਾਰ ਆਪੇ। ਪਿੱਛੋਂ 150 ਬਰਸ ਕਰਤਾਰ ਸਿੰਘਾ, ਭਾਰੇ ਚਮਕਣੇ ਨੇ ਚਮਤਕਾਰ ਆਪੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਭਵਿੱਖਤ ਵਾਕ ਕੀਤੇ ਕਿ 150 ਵਰੇ ਤੋਂ ਬਾਅਦ ਇੱਥੇ ਬਹੁਤ ਜ਼ਿਆਦਾ ਚਮਤਕਾਰ ਖਾਲਸੇ ਨੇ ਕਰਨੇ ਨੇ। ਇਸ ਕਰਕੇ ਗੁਰੂ ਦੀ ਨਗਰੀ ਦੇ ਬਾਰੇ ਚਿੰਤਾ ਨਾ ਕਰ, ਇਹਨੂੰ ਕੁਝ ਨਹੀਂ ਹੋਏਗਾ। ਹਿਮ ਕਹਿ ਸਗਰੀ ਵਸਤ ਸੰਭਾਰੀ, ਠੌਰ ਠੌਰ ਦਾਸਣ ਕਰ ਤਿਆਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਕਹਿ ਕੇ ਸਾਰੀਆਂ ਚੀਜ਼ਾਂ ਨੂੰ ਸੰਭਾਲਿਆ। ਜਗ੍ਹਾ ਜਗ੍ਹਾ ਦੇ ਉੱਤੇ ਦਾਸਾਂ ਨੇ ਬਹੁਤ ਸਾਰੀ ਤਿਆਰੀ ਕੀਤੀ। ਘਰ ਸਮਾਜ ਸਭ ਲਾਦ ਚਲਾਇਓ, ਉਸ਼ਟਰ ਪਰ ਪਾਰ ਸਮੁਦਾਇਓ। ਕਵੀ ਜੀ ਲਿਖਦੇ ਨੇ ਕਿ ਘਰ ਦਾ ਸਾਰਾ ਜਿਹੜਾ ਸਾਜੋ ਸਮਾਨ ਹੈ ਉਹਨੂੰ ਸਾਰੇ ਨੂੰ ਲੱਦਣ ਦਾ ਹੁਕਮ ਦਿੱਤਾ ਹੈ। ਬਹੁਤਿਆਂ ਸਾਰਿਆਂ ਊਠਾਂ ਦੇ ਉੱਤੇ ਬਹੁਤਾ ਭਾਰ ਲੱਦਿਆ ਗਿਆ। ਪੁਰ ਜਨ ਗਨ ਸੁਣ ਕੇ ਅਸ ਪਿਆਨਾ, ਸਭ ਕੇ ਹਿਰਦੈ ਵਿਖਾਦ ਮਹਾਨਾ। ਬੜੀ ਹੈਰਾਨਗੀ ਦੀ ਗੱਲ ਹੈ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੀ ਵਾਰੀ ਅੰਮ੍ਰਿਤਸਰੋਂ ਬਾਹਰ ਗਏ ਨੇ, ਪਰ ਕਦੇ ਵੀ ਇੰਨੀ ਜੰਗੀ ਪੱਧਰ ਤੇ ਜਾਣ ਦੀ ਤਿਆਰੀ ਨਹੀਂ ਕੀਤੀ। ਅੱਜ ਪਹਿਲਾ ਹੀ ਦਿਨ ਹੈ ਕਿ ਸਤਿਗੁਰੂ ਜੀ ਇੰਨਾ ਜ਼ਿਆਦਾ ਤਿਆਰੀ ਦੇ ਵਿੱਚ ਰੁੱਝੇ ਹੋਏ ਨੇ। ਕਵੀ ਜੀ ਲਿਖਦੇ ਨੇ ਕਿ ਨਗਰੀ ਦੇ ਜਿਹੜੇ ਵਾਸੀ ਸਨ, ਉਹਨਾਂ ਨੂੰ ਜਦੋਂ ਪਤਾ ਲੱਗਾ ਤੇ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ੰਕਾ ਤੇ ਦੁੱਖ ਵਧਿਆ। ਆਪਸ ਮੈਂ ਕਹਿ ਨਰ ਨਾਰੀ, ਆਵਤ ਮੋਚ ਬਿਲੋਚਨ ਬਾਰੀ। ਸਿੱਖ ਸੇਵਕ ਲੋਕ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਤੇ ਬਾਰ-ਬਾਰ ਗੱਲਾਂ ਕਰ ਕਰਕੇ ਅੱਖਾਂ ਦੇ ਵਿੱਚੋਂ ਹੰਝੂਆਂ ਦਾ ਪਾਣੀ ਡਿੱਗਣ ਲੱਗਦਾ। ਸਾਰੇ ਕਿਸ ਤਰੀਕੇ ਦੇ ਨਾਲ ਉਸ ਵੇਲੇ ਇਸ ਤਰ੍ਹਾਂ ਦੇ ਵਿਚਾਰ ਨੂੰ ਵਿਚਾਰਦੇ ਨੇ, ਉਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ। ਵੱਜ ਪਈਆਂ ਤਿਆਰੀਆਂ ਸਭ ਥਾਈਂ, ਜ਼ਿੰਮੇਵਾਰ ਸਮਾਨ ਬਣਾਉਣ ਲੱਗੇ। ਘਰ ਬਾਰ ਅੰਦਰ ਕੋਈ ਨਾ ਚੀਜ਼ ਛੱਡੀ, ਉੱਤੇ ਗੱਡਿਆਂ ਦੇ ਲਦਵਾਨ ਲੱਗੇ। ਲੋਕ ਵੇਖ ਕੇ ਚਾਲ ਨੂੰ ਪਏ ਸੋਚੀ, ਆਪੋ ਆਪਣੀ ਥਾਈਂ ਘਬਰਾਣ ਲੱਗੇ। ਚੀਜ਼ ਵਸਤ ਸੰਭਾਲ ਲਈ ਗੁਰਾਂ ਸਾਰੀ, ਇੱਕ ਦੂਸਰੇ ਤਾਈਂ ਸੁਣਾਣ ਲੱਗੇ। ਗੁਰਾਂ ਜਾਪਦਾ ਮੁੜ ਕੇ ਆਵਣਾ ਨਹੀਂ, ਗੁਰਾਂ ਜਾਪਦਾ ਮੁੜ ਕੇ ਆਵਣਾ ਨਹੀਂ। ਦਾਨੇ ਲੋਕ ਦਲੀਲਾਂ ਦੁੜਾਣ ਲੱਗੇ।
इत्थे किस दे आसरे रहांगे जी, हंजू विच प्रेम वगान लगे। घरों घर उदासियां छाए गईयां, घरों घर उदासियां छाए गईयां, मैल माड़ियां दिल डरान लगे। चिंता छा गई सारे करतार सिंगा, भाग जान माड़े पछतान लगे। कवि करतार सिंह जी कलास वाले लिखते हैं कि सारे दे सारे पछतान लगे ने, सारिਆਂ ਦੇ मन ਦੇ ਵਿੱਚ बड़ी चिंता ਵਧੀ है। ਅੱਗੇ ਕਦੇ ਸਤਿਗੁਰਾਂ ਨੇ ਐਸੀ ਤਿਆਰੀ ਨਹੀਂ ਕੀਤੀ, ਅੱਜ ਇੰਨੀ ਜ਼ਿਆਦਾ ਤਿਆਰੀ ਕਿਉਂ ਹੋ ਰਹੀ ਹੈ। ਕਈ ਦਾਨੇ ਲੋਕ ਕਹਿੰਦੇ ਨੇ ਕਿ ਸਾਨੂੰ ਤੇ ਲੱਗਦਾ ਹੈ ਕਿ ਸਤਿਗੁਰਾਂ ਨੇ ਮੁੜ ਕੇ ਇਸ ਨਗਰੀ ਦੇ ਵਿੱਚ ਪ੍ਰਵੇਸ਼ ਹੀ ਨਹੀਂ ਕਰਨਾ। ਮੁਖ ਤੇ ਬਾਕ ਨਹੀਂ ਨਿਕ ਸੰਤਾ, ਆਣ ਮਿਲੇ ਸ੍ਰੀ ਗੁਰ ਭਗਵੰਤਾ। ਕਿਸੇ ਦੇ ਮੂੰਹ ਦੇ ਵਿੱਚੋਂ ਕੋਈ ਵੀ ਆਵਾਜ਼ਾ ਨਿਕਲਦਾ ਨਹੀਂ ਹੈ। ਸਾਰੇ ਦੇ ਸਾਰੇ ਭਗਵਾਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ। ਜਥਾ ਰਾਮ ਬਣ ਔਰ ਪਧਾਰੇ, ਔਦਪੁਰੀ ਨਰ ਬ੍ਰਿਹੋ ਕੇ ਤਾਰੇ। ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਜਦੋਂ ਭਗਵਾਨ ਰਾਮਚੰਦਰ ਜੀ ਜੰਗਲ ਦੇ ਵੱਲ ਜਾ ਰਹੇ ਸਨ, ਉਸ ਵੇਲੇ ਅਯੋਧਿਆ ਦੀ ਨਗਰੀ ਦੇ ਜਿਹੜੇ ਲੋਕ ਸਨ, ਜਿਸ ਤਰ੍ਹਾਂ ਉਹ ਵਿਛੋੜੇ ਦੇ ਨਾਲ ਤੰਗ ਸਨ, ਇਸੇ ਤਰ੍ਹਾਂ ਇਸ ਵੇਲੇ ਹੁਣ ਇਹ ਲੋਕ ਵੀ ਬੜੇ ਤੰਗ ਨੇ। ਭਾਈ ਤਥਾਗਤ ਰੋਦ ਤੇ ਆਵੇਂ, ਏਕ ਕਹਿ ਹਮ ਸੰਗ ਸਿਧਾਵੇਂ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਤਰ੍ਹਾਂ ਦੀ ਹਾਲਤ ਬਣ ਗਈ ਹੈ। ਸਾਰੇ ਦੇ ਸਾਰੇ ਰੋਂਦੇ ਹੋਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦੇ ਨੇ। ਇੱਕੋ ਆਵਾਜ਼ ਦੇ ਵਿੱਚ ਸਾਰੇ ਕਹਿੰਦੇ ਨੇ, ਹਮ ਸੰਗ ਸਿਧਾਵੇਂ। ਇਹ ਸੱਚੇ ਪਾਤਸ਼ਾਹ, ਜੇਕਰ ਤੁਸੀਂ ਜਾ ਰਹੇ ਹੋ ਤੇ ਅਸੀਂ ਵੀ ਸਾਰੇ ਦੇ ਸਾਰੇ ਤੁਹਾਡੇ ਨਾਲ ਜਾਵਾਂਗੇ। ਘਰ ਸਮਾਜ ਸਭ ਲੈ ਕਰ ਜਹ, ਜਹ ਗੁਰ ਦਰਸੈ ਤਹਾਂ ਬਸੈ। ਸਾਰੇ ਅਰਜ਼ਾਂ ਕਰਦੇ ਨੇ ਕਿ ਸੱਚੇ ਪਾਤਸ਼ਾਹ ਘਰ ਨੂੰ ਸਮਾਜ ਨੂੰ ਲੈ ਕੇ ਅਸੀਂ ਉੱਥੇ ਹੀ ਜਾਵਾਂਗੇ ਜਿੱਥੇ ਸੱਚੇ ਪਾਤਸ਼ਾਹ ਤੁਸੀਂ ਜਾਵੋਗੇ। ਜਿੱਥੇ ਤੁਹਾਡਾ ਦਰਸ਼ਨ ਨਸੀਬ ਹੋਵੇਗਾ, ਸਾਡਾ ਵਸੇਬਾ ਵੀ ਉੱਥੇ ਹੀ ਹੋਵੇਗਾ। श्री अर्जुन जी हमें बसायो, अब लो यह पालत सुख दायो। सारे अर्जा करते ने कि सच्चे पातशाह सतगुरु अर्जन देव सच्चे पातशाह जी ने कृपा करके इस नगरी दे विच सानू वसाया सी। अब लो ये पालत सुख दायो। ते सच्चे पातशाह हुण तक तुसी साडी पालना सुख दे नाल करदे आए। पाछे किसे अलंब हम रहें, गुर तो नहीं आए वो चाहें। पिछे किदे आसरे सच्चे पातशाह असी रवांगे, क्योंकि तुहाडे इरादे तो इंज प्रतीत होंदा है कि तुसीं ते लगदा है कि दोबारा ਅੰਮ੍ਰਿਤਸਰ ਦੇ ਵਿੱਚ ਆਉਣਾ ਹੀ ਨਹੀਂ। ਇਸ ਤਰੀਕੇ ਦੀਆਂ ਬੇਨਤੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤਾਂ ਕਰ ਰਹੀਆਂ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास, हे संगी हे निरंकार हे निर्गुण सब टेक, हे गोबिंद हे गुण निदान जाके सदा विवेक, हे अपरंपर हर हरे है पी हो वनहार, हे संता कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो ही परोय, याही कुल ते प्रगट होय ताही कुल को नाम, पुन द्वादश गुरिंद को मेरी है प्रणाम।